Hello students, this is Dr. Amit Juneja, lecturer economics, Shahid Balwinder Singh Government Senior Secondary Smart School, ਸਾਬੂਆਣਾ ਡਿਸਟ੍ਰਿਕਟ ਫਾਜ਼ਿਲਕਾ। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਦਾ ਆਪਣਾ ਟੌਪਿਕ ਜਿਹੜਾ ਹੈ ਉਹ ਉਹੀ ਹੈ ਜੋ ਆਪਾਂ ਆਪਣੇ ਪਿਛਲੇ ਲੈਕਚਰ ਦੇ ਵਿੱਚ ਜਿਹੜਾ ਉਹ ਡਿਸਕਸ ਕਰ ਰਹੇ ਸੀ, ਜੋ ਕਿ ਹੈ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ। ਜਿਹੜਾ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਹੈ ਉਹਦੇ ਚ ਆਪਾਂ ਇੱਕ ਟੇਬਲ ਜਿਹੜਾ ਆਪਾਂ ਆਪਣੇ ਲਾਸਟ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਆਪਾਂ ਯੂਜ਼ ਕਰ ਰਹੇ ਸੀ, ਜਿਹਦੇ ਚ ਆਪਾਂ ਇਹ ਕਿਹਾ ਸੀ ਵੀ ਸ਼ੁਰੂ ਚ ਕੀ ਹੋਏਗਾ ਵੀ ਜਿਹੜਾ ਸਥਿਰ ਸਾਧਨ ਹੈ ਉਹ ਬਹੁਤ ਜ਼ਿਆਦਾ ਹੋਏਗਾ, ਤਾਂ ਜ਼ਮੀਨ ਬਹੁਤ ਜ਼ਿਆਦਾ ਹੈ। ਉਹਦੇ ਮੁਤਾਬਿਕ ਜਿਹੜਾ ਪਰਿਵਰਤਨਸ਼ੀਲ ਸਾਧਨ ਯਾਨੀ ਕਿ ਮਜ਼ਦੂਰ ਹੈ ਉਹ ਬੜਾ ਘੱਟ ਹੈ, ਤਾਂ ਕੀ ਹੋਏਗਾ ਉਹ ਬੰਦਾ ਜ਼ਿਆਦਾ ਉਤਪਾਦਨ ਕਰਕੇ ਨਹੀਂ ਦੇ ਪਾਏਗਾ। ਹੌਲੀ ਹੌਲੀ ਆਪਾਂ ਕੀ ਕਰਾਂਗੇ, ਜਿਹੜਾ ਪਰਿਵਰਤਨਸ਼ੀਲ ਸਾਧਨ ਹੈ ਉਹਦੀ ਮਾਤਰਾ ਨੂੰ ਆਪਾਂ ਵਧਾਵਾਂਗੇ, ਮਤਲਬ 1 ਤੋਂ ਵਧਾ ਕੇ 2 ਕਰਾਂਗੇ, 2 ਤੋਂ ਵਧਾ ਕੇ 3 ਕਰਾਂਗੇ, 3 ਤੋਂ ਵਧਾ ਕੇ 4 ਕਰਾਂਗੇ। ਆਪਾਂ ਹੁਣ ਪਰਿਵਰਤਨਸ਼ੀਲ ਸਾਧਨ ਕਿਉਂ ਵਧਾ ਰਹੇ ਹਾਂ, ਹੁਣ ਦਾ ਕਾਰਨ ਹੈ ਉਹ ਇਸ ਕਰਕੇ ਹੈ ਕਿਉਂਕਿ ਆਪਾਂ ਚਾਹੁੰਦੇ ਆ ਵੀ ਜਿਹੜਾ ਵੀ ਆਪਾਂ ਪਰਿਵਰਤਨਸ਼ੀਲ ਸਾਧਨ ਕੰਮ ਤੇ ਲਾਈਏ, ਮਤਲਬ ਜਿਹੜਾ ਆਪਾਂ ਮਜ਼ਦੂਰ ਕੰਮ ਤੇ ਲਾਈਏ, ਉਹ ਜਿੰਨਾ ਉਤਪਾਦਨ ਆਪਾਂ ਨੂੰ ਵੱਧ ਤੋਂ ਵੱਧ ਕਰਕੇ ਦੇ ਸਕਦਾ ਹੈ ਨਾ, ਉਹਨਾਂ ਕਰਕੇ ਦੇਵੇ। ਠੀਕ ਹੈ, ਤਾਂ ਮੈਨੂੰ ਲੱਗਿਆ ਵੀ ਜਦੋਂ ਮੈਂ ਇੱਕ ਬੰਦਾ ਕੰਮ ਤੇ ਲਾਣਾ ਨਾ, ਇਹਦੀ ਯਾਰ ਕਾਬਲੀਅਤ ਹੈਗੀ ਹੈ ਵੀ ਇਹ ਬੰਦਾ ਨਾ 4 ਚੀਜ਼ਾਂ ਮੈਨੂੰ ਬਣਾ ਕੇ ਦੇ ਸਕਦਾ ਹੈ, ਪਰ ਇਹ ਤਾਂ ਮੈਨੂੰ ਇੱਕ ਬਣਾ ਕੇ ਦੇ ਰਿਹਾ। ਮੈਂ ਪਤਾ ਲਾਇਆ ਵੀ ਇਹ ਬੰਦਾ ਮੈਨੂੰ ਇੱਕ ਚੀਜ਼ ਕਿਉਂ ਬਣਾ ਕੇ ਦੇ ਰਿਹਾ, ਮੈਂ ਵੇਖਿਆ ਉਹਦੇ ਕੰਮ ਦਾ ਬੋਝ ਬੜਾ ਹੈ, ਤਾਂ ਉਹ ਬੰਦਾ ਘੱਟ ਕੰਮ ਕਰ ਰਿਹਾ। ਉਹਦੀਆਂ ਜਿਹੜੀਆਂ ਇੰਟੈਂਸ਼ਨਸ ਨੇ, ਜਿਹੜੀ ਉਹਦੀ ਸੋਚ ਹੈ ਉਹ ਮਾੜੀ ਨਹੀਂ ਹੈਗੀ, ਉਹ ਬੰਦਾ ਕੰਮ ਕਰਨਾ ਚਾਹੁੰਦਾ ਹੈ। ਠੀਕ ਹੈ, ਉਹ ਆਦੀ ਪੂਰੀ ਕਾਬਲੀਅਤ ਦਿਖਾਣਾ ਚਾਹੁੰਦਾ ਹੈ, ਪਰ ਹੋ ਕੀ ਰਿਹਾ ਹੈ ਉਹਦੇ ਤੇ ਕੰਮ ਦਾ ਬੋਝ ਜ਼ਿਆਦਾ ਹੈ, ਤਾਂ ਬੰਦਾ ਵਿਚਾਰਾ ਮੈਨੂੰ ਜ਼ਿਆਦਾ ਕੰਮ ਕਰਕੇ ਦੇ ਨਹੀਂ ਪਾ ਰਿਹਾ। ਮੈਂ ਕੀ ਕੀਤਾ, ਮੈਂ ਕਿਹਾ ਚੱਲ ਕੋਈ ਨਹੀਂ ਤੈਨੂੰ ਇੱਕ ਬੰਦਾ ਹੋਰ ਦਿੰਦੇ ਆ, ਤਾਂ ਆਪਾਂ ਬੰਦੇ ਲਾਤੇ 2। ਹੁਣ ਜੋ ਦੂਜਾ ਲਾਇਆ ਉਹਨੇ ਉਹ ਵੀ ਸੋਚ ਕੇ ਲਾਇਆ ਵੀ ਇਹ ਬੰਦਾ 4 ਕੰਮ ਕਰੇਗਾ, ਪਰ ਉਹਨੇ ਮੈਨੂੰ ਕੰਮ ਕਰਕੇ ਦਿੱਤਾ 2। ਮੈਂ ਕਿਹਾ ਚੱਲ ਕੋਈ ਨਹੀਂ, ਪਿਛਲੇ ਨਾਲ ਤਾਂ ਜ਼ਿਆਦਾ ਹੀ ਕੀਤਾ ਹੈ। ਠੀਕ ਹੈ, ਤਾਂ ਥੋੜੀ ਜੀ ਕਾਬਲੀਅਤ ਤਾਂ ਵਿਖਾਈ ਹੈ, ਤੂੰ 4 ਕੰਮ ਕਰ ਸਕਦਾ ਹੈ, ਤੂੰ 2 ਕਿਉਂ ਕਰਦਾ ਪਿਆ। ਉਹ ਕਹਿੰਦਾ ਜੀ ਕੰਮ ਦਾ ਬੋਝ ਹੀ ਬਹੁਤ ਹੈ ਮੇਰੇ ਤੇ, ਮੈਂ ਕੀ ਕਰਾਂ। ਤੇ ਉਹ ਕਹਿੰਦਾ ਮੈਂ ਕਿਹਾ ਪਿਛਲਾ ਤਾਂ 1 ਕਰਦਾ ਪਿਆ ਸੀ। ਉਹ ਕਹਿੰਦਾ ਜੀ ਉਹਦੇ ਤੇ ਕੰਮ ਦਾ ਬੋਝ ਹੋਰ ਜ਼ਿਆਦਾ ਸੀ, ਹੁਣ ਅਸੀਂ 2 ਜਣੇ ਹੋ ਗਏ ਆ, ਅਸੀਂ ਕੰਮ ਥੋੜਾ ਵੰਡ ਲਿਆ, ਤਾਂ ਮੈਂ ਥੋੜਾ ਜ਼ਿਆਦਾ ਕੰਮ ਕਰਕੇ ਦੇ ਰਿਹਾ। ਜੇ ਮੇਰੇ ਕੋਲੋਂ ਮੇਰੀ ਕਾਬਲੀਅਤ ਵਿਖਵਾਣੀ ਹੈ ਨਾ, ਤੇ ਇੱਕ ਬੰਦਾ ਹੋਰ ਲਾਓ ਫਿਰ। ਤਾਂ ਮੈਂ ਕੀ ਕੀਤਾ, ਇੱਕ ਬੰਦਾ ਹੋਰ ਲਾਤਾ। ਅਗਲੇ ਬੰਦੇ ਨੇ ਮੈਨੂੰ 3 ਕੰਮ ਕਰਕੇ ਦੇ ਦਿੱਤਾ। ਮੈਂ ਕਿਹਾ ਯਾਰ ਇਹ ਤਾਂ ਪਿਛਲੇ ਨਾਲੋਂ ਜ਼ਿਆਦਾ ਕੰਮ ਕਰਕੇ ਦਿੰਦਾ ਪਿਆ। ਇਹਦਾ ਮਤਲਬ ਹੁਣ ਬੰਦਾ ਆਦੀ ਕਾਬਲੀਅਤ ਵਿਖਾਣ ਵਾਲੇ ਪਾਸੇ ਨਾ ਤੁਰ ਪਿਆ, ਮਤਲਬ ਹੁਣ ਬੰਦਾ ਹਰੇਕ ਅਗਲਾ ਜਿਹੜਾ ਲਾਵਾਂਗਾ ਨਾ ਉਹ ਆਦੀ ਕਾਬਲੀਅਤ ਵਿਖਾਏਗਾ। ਤਾਂ ਮੈਂ ਕੀ ਕੀਤਾ, ਚੌਥਾ ਬੰਦਾ ਲਾਇਆ, ਹੁਣ ਉਹਨੇ ਮੈਨੂੰ 4 ਕੰਮ ਕਰਤਾ। ਮੈਂ ਕਿਹਾ ਲੈ ਵੀ ਆ ਬੰਦਾ ਜਿਹਨੇ ਆਪਾਂ ਨੂੰ ਸਹੀ ਕੰਮ ਕਰਕੇ ਦਿੱਤਾ ਹੈ, ਯਾਨੀ ਅਗਰ ਆਪਾਂ ਸਹੀ ਉਤਪਾਦਨ ਕਰਾਣਾ ਹੈ ਨਾ, ਤਾਂ ਆਪਾਂ ਨੂੰ 10 ਕਿੱਲੇ ਜ਼ਮੀਨ ਤੇ 4 ਬੰਦੇ ਹੀ ਲਾਉਣ ਦੀ ਲੋੜ ਹੈ, ਤਾਂ ਆਪਾਂ 4 ਬੰਦੇ ਲਾਤੇ। ਤਾਂ ਇਹ ਹੋ ਗਿਆ ਆਪਣਾ ਆਦਰਸ਼ ਅਨੁਪਾਤ ਹੋ ਗਿਆ। ਮੈਂ ਕੀ ਕੀਤਾ, ਮੈਂ 5ਵਾਂ ਬੰਦਾ ਲਾਤਾ। ਹੁਣ ਸੋਚੋ ਵੀ ਜੇ ਆਪਾਂ ਇੱਥੇ 10 ਅਨੁਪਾਤ 4 ਜਿਹੜਾ ਹੈ, ਅਗਰ ਆਪਾਂ ਇਹਨੂੰ ਆਦਰਸ਼ ਅਨੁਪਾਤ ਕਿਹਾ ਸੀ, ਬੈਸਟ ਕਿਹਾ ਸੀ, ਯਾਨੀ ਅਗਰ ਆਪਾਂ ਇਹਨੂੰ ਕੱਟੀਏ ਤਾਂ ਉਹ ਕਹਿੰਦਾ ਇੱਥੇ ਆਇਆ 2, ਇੱਥੇ ਆਇਆ 5, ਯਾਨੀ ਇੱਥੇ ਆਇਆ 1, ਇੱਥੇ ਆਇਆ 2.5, ਯਾਨੀ ਇੱਕ ਬੰਦਾ ਜਿਹੜਾ ਹੈ ਉਹ 2.5 ਕਿੱਲੇ ਜ਼ਮੀਨ ਦੇ ਉੱਪਰ ਕੰਮ ਕਰਨ ਦੀ ਕਾਬਲੀਅਤ ਰੱਖਦਾ ਹੈ। ਮਤਲਬ ਅਗਰ ਤੁਸੀਂ ਇੱਕ ਬੰਦੇ ਨੂੰ 2.5 ਕਿੱਲੇ ਜ਼ਮੀਨ ਦਿਓਗੇ ਨਾ, ਤਾਂ ਕਹਿੰਦਾ ਮੈਂ ਸਭ ਤੋਂ ਵਧੀਆ ਕੰਮ ਕਰਕੇ ਵਿਖਾਵਾਂਗਾ, ਪਰ ਮੈਨੂੰ 2.5 ਕਿੱਲੇ ਤੋਂ ਜ਼ਿਆਦਾ ਨਹੀਂ ਦੇਣੀ। ਤਾਂ ਆਪਾਂ ਨੂੰ ਕਿਹਾ ਲੈ ਵੀ ਤੂੰ 2.5 ਕਿੱਲੇ ਜ਼ਮੀਨ ਚੱਕ ਤੇ ਵੱਧ ਕੰਮ ਕਰਕੇ ਵਿਖਾ। ਉਹਨੇ ਵਿਖਾਤਾ। ਹੁਣ ਮੈਂ ਕੀ ਕੀਤਾ, ਮੈਂ ਜ਼ਮੀਨ 10 ਕਿੱਲੇ ਹੀ ਹੈ, ਬੰਦੇ 5 ਲਾਤੇ, ਯਾਨੀ ਹੁਣ 10 ਕਿੱਲੇ ਜ਼ਮੀਨ ਤੇ ਬੰਦੇ ਲਾਏ 5। ਯਾਨੀ ਅਗਰ ਆਪਾਂ ਨੂੰ ਕੱਟੀਏ ਤਾਂ ਕਿੰਨਾ ਆਇਆ, 2 ਅਨੁਪਾਤ 1, ਯਾਨੀ ਮੈਂ ਇੱਕ ਬੰਦੇ ਨੂੰ ਕਿੰਨੇ ਕਿੱਲੇ ਜ਼ਮੀਨ ਦਿੱਤੀ, 2 ਕਿੱਲੇ। ਅਰੇ ਉਹ ਤਾਂ ਕਹਿ ਰਿਹਾ ਹੈ ਕਿ ਮੈਂ 2.5 ਕਿੱਲੇ ਜ਼ਮੀਨ ਤੇ ਕੰਮ ਕਰ ਸਕਦਾ। ਮੈਂ ਕੀ ਕਰਦਾ ਪਿਆ, ਮੈਂ ਕਿਹਾ ਨਾ ਤੂੰ ਤਾਂ 2 ਕਿੱਲੇ ਤੇ ਕੰਮ ਕਰੇਗਾ। ਉਹ ਕਹੇਗਾ ਸਰ ਜੀ ਮੈਂ 2.5 ਕਿੱਲੇ ਤੇ ਕੰਮ ਕਰ ਸਕਦਾ, ਤੁਸੀਂ ਕਿਉਂ ਮੇਰੇ ਕੋਲ 2 ਕਿੱਲੇ ਜ਼ਮੀਨ ਤੇ ਕੰਮ ਕਰਾਉਂਦੇ ਹੋ। ਠੀਕ ਹੈ, ਉਹ ਕਹੇਗਾ ਸਰ ਜੀ ਮੈਂ ਜਿੰਨਾ ਕੰਮ ਕਰ ਸਕਦਾ ਨਾ ਤੁਸੀਂ ਉਹਨਾਂ ਕਰਵਾਉਂਦੇ ਨਹੀਂ ਪਏ ਮੇਰੇ ਕੋਲੋਂ। ਮਤਲਬ ਮੈਂ ਆਦੇ ਸਕੂਲ ਆਦੇ ਪ੍ਰਿੰਸੀਪਲ ਸਰ ਨੂੰ ਕਿਹਾ ਕਿ ਸਰ ਜੀ ਮੈਂ ਹਫਤੇ ਦੇ ਨਾ 30 ਪੀਰੀਅਡ ਲਾ ਸਕਦਾ, ਮੇਰੇ ਚ ਕਾਬਲੀਅਤ ਹੈ ਵੀ ਹਫਤੇ 6 ਦਿਨ ਹੁੰਦੇ ਆ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਜਦੋਂ ਸਕੂਲ ਲੱਗਦਾ, ਮੈਂ ਰੋਜ਼ ਦੇ 5 ਪੀਰੀਅਡ ਲਾ ਸਕਦਾ, ਯਾਨੀ 6 ਦਿਨਾਂ ਦੇ ਵਿੱਚ ਰੋਜ਼ ਦੇ 5-5 ਪੀਰੀਅਡ ਲਾਵਾਂ ਤਾਂ ਮੇਰੇ 30 ਪੀਰੀਅਡ ਹੋ ਗਏ। 30 ਪੀਰੀਅਡ ਦੇ ਦਿਓ। ਮੇਰੇ ਪ੍ਰਿੰਸੀਪਲ ਸਰ ਕਹਿੰਦੇ ਨਾ ਤੈਨੂੰ ਦੇਣੇ ਹੀ 24 ਪੀਰੀਅਡ ਨੇ। ਮਤਲਬ
अरे मैं ਤਾਂ ਕਹਿੰਦਾ ਪਿਆ ਕਿ ਮੈਂ ਰੋਜ਼ ਦੇ 5 ਪੀਰੀਅਡ ਲਾ ਸਕਦਾ, ਮੇਰੇ ਕੋਲ 5 ਪੀਰੀਅਡ ਲਵਾਓ। ਉਹ ਕਹਿੰਦੇ ਨਾ ਤੇਰੇ ਕੋਲ ਲਵਾਣੇ ਰੋਜ਼ ਦੇ 4 ਨੇ। ਫਿਰ ਕੀ ਹੋਏਗਾ? ਹੁਣ ਜਦੋਂ ਜਿਹੜਾ ਮੇਰਾ ਮਾਲਿਕ ਹੈ ਉਹੀ ਮੈਨੂੰ ਕਹਿੰਦਾ ਪਿਆ ਵੀ ਤੇਰੇ ਕੋਲੋਂ ਉਹਨਾਂ ਕੰਮ ਕਰਾਣਾ ਹੀ ਨਹੀਂ ਜਿੰਨਾ ਤੂੰ ਕਰ ਸਕਦਾ ਹੈ, ਫਿਰ ਮੇਰੀ ਕੀ ਗਲਤੀ ਹੈ? ਤਾਂ ਕੀ ਹੋਏਗਾ? ਜਿਹੜਾ ਅਗਲਾ ਬੰਦਾ ਹੋਏਗਾ ਨਾ ਉਹ ਆਪਾਂ ਨੂੰ ਘੱਟ ਕੰਮ ਕਰਕੇ ਦੇਗਾ, ਯਾਨੀ ਕਿ 3। ਯਾਨੀ ਹੁਣ ਆ ਜੋ ਆਪਣੀ ਅਜ਼ੰਪਸ਼ਨ ਨੰਬਰ 4 ਤੇ। ਠੀਕ, ਹੁਣ ਇਸ ਤੋਂ ਬਾਅਦ ਅਜ਼ੰਪਸ਼ਨ ਨੰਬਰ 4 ਆਉਣ ਲੱਗੀ ਜੇ। ਯਾਨੀ ਆਪਾਂ ਕੀ ਕੀਤਾ? ਬੰਦਾ ਇੱਕ ਹੋਰ ਲਾਤਾ, ਯਾਨੀ ਹੁਣ ਕਿੱਲੇ 10 ਬੰਦੇ 6। ਯਾਨੀ ਹੁਣ ਕੀ ਹੋਇਆ? ਹੁਣ 10 ਕਿੱਲੇ ਜ਼ਮੀਨ ਤੇ 6 ਬੰਦੇ ਕੰਮ ਕਰਦੇ ਪਏ ਨੇ। ਯਾਨੀ ਅਗਰ ਆਪਾਂ ਇਹਨੂੰ ਕੱਟੀਏ ਤਾਂ ਇੱਥੇ ਆ ਗਿਆ ਆਪਣੇ ਕੋਲ 2 ਤੇ ਕੱਟਾਂ ਤੇ ਇੱਥੇ ਆ ਗਿਆ 3, ਇੱਥੇ ਆ ਗਿਆ 5। ਯਾਨੀ ਅਗਰ ਆਪਾਂ 5/3 ਕਰੀਏ ਤਾਂ 1.67 ਆ ਗਿਆ। ਯਾਨੀ ਇੱਕ ਬੰਦਾ ਕਹਿੰਦਾ ਸੀ ਸਰ ਜੀ 2.5 ਕਿੱਲੇ ਜ਼ਮੀਨ ਦਿਓ, ਵਧੀਆ ਕੰਮ ਕਰਾਂਗਾ। ਆਪਾਂ ਕੀ ਕਰਦੇ ਪਿਆ? 1.67 ਕਿੱਲੇ ਜ਼ਮੀਨ ਦਿੰਦੇ ਪਿਆ, ਯਾਨੀ ਜਿੰਨਾ ਕੰਮ ਕਰ ਸਕਦਾ ਹੈ ਉਸ ਤੋਂ ਘੱਟ ਕਰਾਈ ਜੰਨੇ ਆ। ਫਿਰ ਉਹ ਕਹਿੰਦਾ ਮੇਰੀ ਕੀ ਗਲਤੀ ਹੈ? ਫਿਰ ਅਗਲਾ ਬੰਦਾ ਕੀ ਕਰੇਗਾ? 2 ਕੰਮ ਕਰੇਗਾ। ਠੀਕ ਹੋ ਗਿਆ? ਹੁਣ ਅਸੰਪਸ਼ਨ ਨੰਬਰ 6 ਦਿਮਾਗ ਵਿੱਚ, ਯਾਨੀ ਹੁਣ ਕੀ ਹੋਏਗਾ? ਅਗਰ ਆਪਾਂ ਇੱਥੇ ਆਦਾ ਬੈਸਟ ਅਨੁਪਾਤ ਲਿਆ, ਉਸ ਤੋਂ ਬਾਅਦ ਕੀ ਹੋਏਗਾ? ਦੇਖੋ ਬੈਸਟ ਨਾ ਹਮੇਸ਼ਾ ਇੱਕ ਹੁੰਦਾ ਹੈ। ਠੀਕ ਹੈ, ਬੈਸਟ ਇੱਕ ਹੀ ਹੁੰਦਾ ਹੈ, 2 ਬੈਸਟ ਕਦੇ ਨਹੀਂ ਹੋ ਸਕਦੇ। ਜਦ ਮੈਂ ਕਹਿੰਦਾ ਕਿ 10/4 ਬੈਸਟ ਹੈ, अगर 10/4 बेस्ट है ना, ਇਹਦਾ मतलब ना ਤਾਂ 10/3 बेस्ट है ਤੇ ਨਾ 10/5 बेस्ट है। ਸਮਝ ਲੱਗ ਰਹੀ ਹੈ? बेस्ट अगर ਇੱਕੋ ਹੀ ਹੁੰਦਾ 10/4, ਯਾਨੀ ਜਿਹੜਾ 10 ਕਿੱਲੇ ਜ਼ਮੀਨ ਤੇ 4 ਬੰਦੇ ਲਾਓਗੇ ਨਾ ਤਾਂ ਉਹ ਕੀ ਕਰੇਗਾ? ਤੁਹਾਨੂੰ ਸਭ ਤੋਂ ਜ਼ਿਆਦਾ ਉਤਪਾਦਨ ਕਰਕੇ ਦੇਗਾ 4। ਉਸ ਤੋਂ ਬਾਅਦ ਕੀ ਹੋਏਗਾ? ਜਿਵੇਂ ਜਿਵੇਂ ਬੰਦੇ ਵਧਣਗੇ ਨਾ ਹਰੇਕ ਅਗਲਾ ਬੰਦਾ ਘੱਟ ਉਤਪਾਦਨ ਕਰਕੇ ਦੇਗਾ। ਯਾਨੀ अगर 7वां बंदा लाता, उन्हें की करना है? उन्हें पिछले नालों भी घट उत्पादन करके देना है। क्यों करके देना है? क्योंकि उनके करने वास्ते काम ही नहीं बचेगा, काम बहुत घट बचेगा तो घट करेगा। हुण सोचो इत्थे मैं की लिखिया? एक पहला मैं की कीता? सीमांत उत्पादन वधाया 1 2 3 4। ठीक, फिर की कीता? घटाया 3 2 1। ਹੁਣ ਸੋਚੋ ਵੀ ਅਗਰ ਇੱਕ ਵਾਰੀ ਵੱਧ ਗਿਆ ਉਸ ਤੋਂ ਬਾਅਦ ਘਟਣਾ ਸ਼ੁਰੂ ਹੋ ਗਿਆ। ਅਗਰ ਮੰਨ ਲਓ ਇੱਥੇ 2 ਤੋਂ ਬਾਅਦ 5 ਲਿਖ ਦੇਵਾਂ, ਯਾਨੀ ਪਹਿਲਾ ਸੀਮਾਂਤ ਉਤਪਾਦਨ ਵਧਿਆ, ਹਰੇਕ ਅਗਲੇ ਬੰਦੇ ਨੇ ਪਿਛਲੇ ਵਾਲੇ ਨਾਲੋਂ ਜ਼ਿਆਦਾ ਕੰਮ ਕਰਕੇ ਦਿੱਤਾ। ਫਿਰ ਸੀਮਾਂਤ ਉਤਪਾਦਨ ਘਟਿਆ 3 2, ਫਿਰ ਵੱਧ ਗਿਆ। ਹਿਸਾਬ ਕਿਤਾਬ ਕੀ ਬਣੇਗਾ? ਇਹ ਹੁਣ 5 ਪਤਾ ਕਿਵੇਂ ਆਇਆ? ਜਦੋਂ ਮੈਂ ਮੰਨ ਲਿਆ ਵੀ ਜਦੋਂ ਮੈਂ 7ਵਾਂ ਬੰਦਾ ਲਾਇਆ ਉਦੋਂ ਕੀ ਹੋਇਆ? ਜਿਹੜੀ ਉਤਪਾਦਨ ਕਰਨ ਦੀ ਟੈਕਨੀਕ ਹੈ ਨਾ ਉਹ ਹੋ ਗਈ ਪਹਿਲਾਂ ਨਾਲੋਂ ਚੰਗੀ। ਯਾਨੀ ਜਦੋਂ ਇੱਥੇ ਤੱਕ ਸੀ ਤਾਂ ਕੰਮ ਵਧੀਆ ਸੀ, ਉਸ ਵਾਰ ਘਟਣਾ ਸ਼ੁਰੂ ਹੋ ਗਿਆ। 7ਵਾਂ ਬੰਦਾ ਲਾਇਆ, ਉਤਪਾਦਨ ਦੀ ਤਕਨੀਕ ਹੋ ਗਈ ਚੰਗੀ। ਜੇ ਉਤਪਾਦਨ ਦੀ ਤਕਨੀਕ ਚੰਗੀ ਹੋ ਜਾਏਗੀ ਤਾਂ ਕੀ ਹੋਏਗਾ? ਅਗਲੇ ਦਾ ਸੀਮਾਂਤ ਉਤਪਾਦਨ ਵੱਧ ਜਾਣਾ ਹੈ। ਪਰ ਆਪਾਂ ਮੰਨ ਕੇ ਚੱਲਦੇ ਪਿਆ ਵੀ ਹਰੇਕ ਅਗਲੇ ਬੰਦੇ ਦਾ ਸੀਮਾਂਤ ਉਤਪਾਦਨ ਘਟਣਾ ਚਾਹੀਦਾ ਹੈ। ਹੁਣ ਜੇ ਟੈਕਨੀਕ ਚੰਗੀ ਹੋ ਜਾਵੇ ਤਾਂ ਸੀਮਾਂਤ ਉਤਪਾਦਨ ਵੱਧ ਜਾਏਗਾ ਕਿ ਨਹੀਂ ਵੱਧ ਜਾਏਗਾ? ਤਾਂ ਹੀ ਆਪਾਂ ਮੰਨ ਕੇ ਚੱਲੇ ਸੀ 4 ਨੰਬਰ ਦੇ ਵਿੱਚ ਮਾਨਤਾ ਦੇ ਵਿੱਚ ਵੀ ਉਤਪਾਦਨ ਕਰਨ ਦੀ ਤਕਨੀਕ ਦੇ ਵਿੱਚ ਕੋਈ ਬਦਲਾਵ ਨਹੀਂ ਆਂਦਾ, ਤਾਂ ਕਿ ਆਪਾਂ ਕੀ ਕਰ ਸਕੀਏ? ਆਪਣੇ ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ ਨੂੰ ਬਚਾ ਸਕੀਏ। ਕਿਉਂਕਿ ਇਹ ਕਹਿੰਦਾ ਹੈ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਵੀ ਜਦੋਂ ਕੀ ਹੋਏਗਾ? ਸ਼ੁਰੂਆਤ ਦੇ ਵਿੱਚ ਜਿਵੇਂ ਤੁਸੀਂ ਸਥਿਰ ਸਾਧਨ ਦੇ ਨਾਲ ਪਰਿਵਰਤਨਸ਼ੀਲ ਸਾਧਨ ਲਾਓਗੇ ਤਾਂ 10 ਦੇ ਨਾਲ 1 ਮਜ਼ਦੂਰ ਲਾਇਆ, ਫਿਰ 2 ਲਾਏ, 3 ਲਾਏ, 4 ਲਾਏ। ਸ਼ੁਰੂ ਦੇ ਵਿੱਚ, ਹੁਣ ਇਹ ਮੈਂ ਨਹੀਂ ਬੋਲ ਰਿਹਾ, ਇਹ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਬੋਲ ਰਿਹਾ ਹੈ ਵੀ ਸ਼ੁਰੂ ਦੇ ਵਿੱਚ ਕੀ ਹੋਏਗਾ? ਜਦੋਂ ਤੁਸੀਂ ਸਥਿਰ ਸਾਧਨ ਦੇ ਨਾਲ ਪਰਿਵਰਤਨਸ਼ੀਲ ਸਾਧਨ ਦੀ ਮਾਤਰਾ ਵਧਾਓਗੇ, यानी 1 ਤੋਂ ਬਾਅਦ 2 3 4 ਕਰੋਗੇ, ਇੱਕ ਲਿਮਿਟ ਤੱਕ, ਇੱਕ ਸੀਮਾ ਤੱਕ ਕੀ ਹੋਏਗਾ? ਜਿਹੜਾ ਸੀਮਾਂਤ ਉਤਪਾਦਨ ਹੈ ਉਹ ਵਧੇਗਾ। ਫਿਰ ਕੀ ਹੋਏਗਾ? ਅਗਰ ਹੋਰ ਵਧਾਤੇ ਤਾਂ ਸੀਮਾਂਤ ਉਤਪਾਦਨ ਘਟੇਗਾ। ਠੀਕ, ਪਹਿਲਾਂ ਵਧੇਗਾ ਫਿਰ ਘਟੇਗਾ। ਯਾਨੀ ਹੁਣ ਸੋਚੋ, ਉਹਨੇ ਇਹ ਤਾਂ ਨਹੀਂ ਕਿਹਾ ਨਾ ਪਹਿਲਾਂ ਵਧੇਗਾ ਫਿਰ ਘਟੇਗਾ ਫਿਰ ਵਧੇਗਾ ਫਿਰ ਘਟੇਗਾ, ਮਜ਼ਾਕ ਥੋੜੀ ਹੈ। ਫਿਰ ਉਹ ਕਹਿੰਦਾ ਪਹਿਲਾਂ ਵੱਧ ਗਿਆ, ਵਧਣ ਤੋਂ ਬਾਅਦ ਇੱਕ ਵਾਰੀ ਘਟਣਾ ਸ਼ੁਰੂ ਹੋ ਗਿਆ ਨਾ ਤਾਂ ਉਹਨੇ ਘਟਦਾ ਹੀ ਜਾਣਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਕਹਿ ਰਿਹਾ ਵੀ ਜਦੋਂ ਆਪਾਂ ਕੀ ਕਰਦੇ ਹਾਂ, ਜਿਹੜੇ ਆਪਣੇ ਸਾਧਨ ਲੱਗੇ ਹੋਏ ਨੇ, ਕਿਹੜੇ ਸਾਧਨ? ਸਥਿਰ ਸਾਧਨ ਤੇ ਪਰਿਵਰਤਨਸ਼ੀਲ ਸਾਧਨ।
ਆਪਾਂ ਉਹਨਾਂ ਸਾਧਨਾਂ ਦੇ ਅਨੁਪਾਤ ਦੇ ਵਿੱਚ ਜਦੋਂ ਆਪਾਂ ਪਰਿਵਰਤਨ ਕਰਦੇ ਆ, ਅਨੁਪਾਤ ਨੂੰ ਬਦਲਦੇ ਆ, ਤਾਂ ਕੀ ਹੋਏਗਾ? ਪਹਿਲਾ ਜਿਹੜਾ ਪਰਿਵਰਤਨਸ਼ੀਲ ਸਾਧਨ ਹੈ ਉਹਦਾ ਸੀਮਾਂਤ ਉਤਪਾਦਨ ਵਧੇਗਾ ਇੱਕ ਲਿਮਿਟ ਤੱਕ, ਉਸ ਤੋਂ ਬਾਅਦ ਘਟੇਗਾ। ਬਸ ਹੁਣ ਸੋਚੋ ਵੀ ਜੇ ਇੱਕ ਵਾਰੀ ਘਟਣਾ ਸ਼ੁਰੂ ਹੋ ਗਿਆ, ਉਹਨੇ ਵੱਧ ਨਹੀਂ ਸਕਦਾ, ਪਰ ਜੇ ਇੱਥੇ 5 ਲਿਖਿਆ ਜਾਂਦਾ ਤਾਂ ਇਹਨੇ ਕੀ ਹੋਣਾ ਸੀ? ਇਹਨੇ ਤਾਂ ਵੱਧ ਜਾਣਾ ਸੀ। ਮਤਲਬ ਤੁਹਾਡਾ ਨਿਯਮ ਫੇਲ। ਹੁਣ 5 ਕਿਵੇਂ ਹੋ ਸਕਦਾ ਹੈ? ਹੋ ਸਕਦਾ ਹੈ ਵੀ ਜਦੋਂ 7ਵਾਂ ਬੰਦਾ ਲਾਇਆ ਹੋਵੇ, ਜਿਹੜੀ ਟੈਕਨੀਕ ਹੈ ਉਹ ਚੰਗੀ ਹੋ ਗਈ ਹੋਵੇ। ਟੈਕਨੀਕ ਚੰਗੀ ਹੋਏਗੀ ਤਾਂ ਕੀ ਹੋਏਗਾ? ਸੀਮਾਂਤ ਉਤਪਾਦਨ ਵੱਧ ਵੀ ਸਕਦਾ ਹੈ। ਤਾਂ ਆਪਾਂ ਮੰਨ ਕੇ ਚੱਲਦੇ ਹੁੰਦੇ ਆ ਵੀ ਟੈਕਨੀਕ 'ਚ ਕੋਈ ਬਦਲਾਵ ਨਹੀਂ ਹੁੰਦਾ, ਤਾਂ ਹੁਣ ਕੀ ਹੋਏਗਾ? ਹਰੇਕ ਅਗਲਾ ਬੰਦਾ ਲਾਓਗੇ ਤਾਂ ਪਿਛਲੇ ਵਾਲੇ ਨਾਲੋਂ ਘੱਟ ਹੀ ਕੰਮ ਕਰਕੇ ਦੇਗਾ। ਯਾਨੀ ਅਗਰ ਇੱਕ ਵਾਰ 4 ਤੋਂ ਬਾਅਦ 3 ਆ ਗਿਆ, ਹੁਣ 3 ਤੋਂ ਬਾਅਦ ਦੁਬਾਰਾ 4 ਜਾਂ 5 ਜਾਂ 6 ਨਹੀਂ ਆ ਸਕਦੇ। 3 ਤੋਂ ਬਾਅਦ ਤਾਂ 3 ਤੋਂ ਘੱਟ ਹੀ ਆਏਗਾ। ਹੁਣ 3 ਤੋਂ ਘੱਟ ਕਿੰਨਾ ਹੋ ਸਕਦਾ ਹੈ? ਹੁਣ ਜੋ ਮਰਜ਼ੀ ਲਿਖ ਸਕਦੇ ਹੋ, ਪਰ ਲਿਖਿਆ ਜੇ 3 ਤੋਂ ਘੱਟ, ਠੀਕ? यानी 3 तो बाद 2.5 लिख लो, 2.25 लिख लो, ठीक है, जो मर्जी लिख लो, पर लिखा जे 3 तो घट। ठीक, हुण आपां की कीता? 8वां बंदा फिर काम ते लाता। आपां कहने लो जी उनका सीमांत उत्पादन हैगा जे 0। हुण सीमांत उत्पादन सोचो की हुंदा है? सीमांत उत्पादन हुंदा है कुल उत्पादन विच होण वाला बदलाव, यानी उनदे करके कितना बदलाव आया? 0। मतलब उस बंदे ने कोई काम ही नहीं किया। उन्हें बड़ा जबरदस्त पॉइंट है वाला। वो कहता है भी 8वां बंदा काम ते लांदे पे हो, वो बंदा काम ही नहीं करता पिया, वेला। वो कहता वेला किवें हो गया भाई? वो कहता जी मेरे च काबलियत हैगी है काम करन दी, तुसी मेरे से कोई काम ही नहीं छड्डिया। भी जिन्ना काम सी वो तां 7 बंदियां ने निबेड़ लिया, जदों मैं आया मेरे से कोई काम ही नहीं बचिया, मैं काम करा की? सोचो यही चीज अगर मेरे नाल मेरे स्कूल च होवे कि मैं स्कूल जावां, मैं प्रिंसीपल सर ਨੂੰ ਕਹਾਂ ਹਾਂਜੀ ਸਰ ਜੀ ਮੇਰਾ ਟਾਈਮ ਟੇਬਲ ਦਿਓ, ਮੈਂ ਪੀਰੀਅਡ ਲਾਣੇ ਨੇ। ਉਹ ਕਹੇਗਾ ਬਿਲਾ ਵੀ ਤੇਰੇ ਵਾਸਤੇ ਤਾਂ ਪੀਰੀਅਡ ਬਚੇ ਹੀ ਨਹੀਂ, ਜਿੰਨੇ ਵੀ ਪੀਰੀਅਡ ਸੀ ਉਹ ਤਾਂ ਬਾਕੀ ਟੀਚਰਾਂ 'ਚ ਪੂਰੇ ਹੋ ਗਏ, ਤੂੰ ਵਿਹਲਾ। ਮੈਂ ਕੀ ਕਰਾਂਗਾ? ਮੈਂ ਹੁਣ ਪੜਾਉਣਾ ਚਾਹਨਾ, ਮੇਰੇ 'ਚ ਕਾਬਲੀਅਤ ਹੈਗੀ ਹੈ, ਮੈਂ ਕੰਮ ਕਰਨਾ ਚਾਹਨਾ, ਪਰ ਪ੍ਰਿੰਸੀਪਲ ਸਰ ਕਹਿੰਦੇ ਨੇ ਤੇਰੇ ਵਾਸਤੇ ਪੀਰੀਅਡ ਹੀ ਨਹੀਂ ਬਚੇ। ਫਿਰ ਮੈਂ ਪੀਰੀਅਡ ਲਾਵਾਂਗਾ ਕਿੱਥੋਂ? ਫਿਰ ਮੈਂ ਕੀ ਕਰਾਂਗਾ? मेरे च काबलियत होने के बावजूद मैं काम नहीं कर पाऊंगा। मतलब मैं स्कूल वेला बह के घरे वापस आ जाऊंगा फालतू की फ्री की तनख्वाह खा के, है ना? तो हुण काम कितना है? 0। हुण ध्यान रखना, हुण इत्थे की हो रहा है? बंदा आपां नूं 3 काम करके दे रहा है, 2 दे रहा है, 1 दे रहा है, 0 दे रहा है। इहदा मतलब ये नहीं हैगा भी जिहड़ा ये 3 वाला है ये 4 वाले नालों घट काबिल है ना। मैं आदि मानता नंबर 5 दे विच मन के चलिया सी भी सारे दे सारे उत्पादन दे साधन जिहड़े ने वो बराबर काबिल ने, समरूप ने। हुण इहने घट काम क्यों करके दिता? क्योंकि इहदे वास्ते काम बचिया घट। इहने क्यों घट करके दिता? इहदे से होर घट बचिया। इहने घट काम क्यों करके दिता? होर घट बचिया। इहने 0 को कीता, कोई काम बचिया ही। आपां की कीता? एक बंदा होर लाता। हुण वो बंदा पता की करेगा? वो खराब करेगा, काबलियत होएगी। एक बड़ी पुरानी कहावत आंदी है, वो कहते भी जिहड़ा खाली दिमाग हुंदा है ना वो शैतान दा घर हुंदा है। यानी हुण इस बंदे च काबलियत ओनी ही सी जिन्नी की चौथे बंदे च हैगी सी। भी जिन्ने आपां नूं 4 काम करके दित्ता सी, काबिल होना ही है, पर आपां काम नहीं छड्डिया उहदे वास्ते। हुण जिहड़ा 8वां बंदा सी वो भी वेला, जिहड़ा 9वां सी वो भी वेला। यानी हुण की होणगे 2 वेले इकट्ठे होके बह जाणगे। यानी उन्होंने की करेंगे? 2 वेले इकट्ठे होंगे ना, दूजा नाल ले लेंगे, क्या होएगा? काम खराब होएगा। खराब होएगा तो क्या होएगा? सीमांत उत्पादन -1। एक बंदा होर लाता, हुण 3 वेले हो जाएंगे, की करेंगे? -2। यानी आ जिहड़ा 0 है ये वाला बंदा ये कौन है? इहनूं आपां आम तौर ते बेरोजगारी दी किस्मां दे विच ना इहनूं कहंदे आ छुपा होया बेरोजगार। मतलब दिखाई दे रहा है कि 8वां बंदा काम लग गया है, पर काम तो करता ही नहीं पिया। क्यों नहीं काम करता पिया? क्योंकि उनके से काम बचे ही नहीं। यानी अपनी खेती दे विच ना ये बेरोजगारी बहुत ज्यादा पाई जाती है। मतलब की हुंदा है भी एक खेत है, सपोज करो भी आपां एक खेत बना लैने आ, एक बंदे कोल एक खेत सी, सपोज करो भी आ हुंदा खेत है उस बंदे दा, ठीक है। हुण की होया? ओ बंदा कल्ला सी उस खेत ते काम करने वाला। हुण की होया? उनके 2 मुंडे हो गए। 2 मुंडे हो गए तो दोवां ने की कीता? खेत वंड लिया। यानी हुण उसे खेत ते जिथे पहला एक बंदा संभाल रहा सी, उसे खेत नूं हुण 2 बंदे संभालदे पे ने। हुण जिहड़ा पहला बच्चा सी आ ए सी या बी सी, हुण ए दे अगे 2 मुंडे हो गए, एक दा नाम है सी, एक दा नाम है डी।
ਐਵੇਂ ਬੀ ਦੇ ਕੀ ਹੋ ਗਏ, ਦੋ ਮੁੰਡੇ ਹੋ ਗਏ, ਇੱਕ ਦਾ ਨਾਮ ਹੈ ਈ, ਇੱਕ ਦਾ ਨਾਮ ਹੈ ਐਫ, ਯਾਨੀ ਹੁਣ ਉਸੇ ਖੇਤ ਤੇ ਚਾਰ ਬੰਦੇ ਕੰਮ ਕਰਦੇ ਪਏ ਨੇ। ਅਗਰ ਮੰਨ ਲਓ ਜਿਹੜਾ ਸੀ ਸੀ ਅੱਗੇ ਹੁੰਦੇ ਫਿਰ ਦੋ ਜਵਾਕ ਹੋ ਗਏ, ਠੀਕ ਹੈ, ਇੱਕ ਦਾ ਨਾਮ ਹੈ ਜੀ, ਇੱਕ ਦਾ ਨਾਮ ਹੈ ਐਚ। ਜਿਹੜਾ ਡੀ ਹੈ ਉਹਦੇ ਵੇਖ ਕੇ ਦੋ ਬੱਚੇ ਹੋ ਗਏ, ਇੱਕ ਦਾ ਨਾਮ ਹੈ ਆਈ, ਇੱਕ ਦਾ ਨਾਮ ਹੈ ਜੇ। ਈ ਦੇ ਵੀ ਦੋ ਬੱਚੇ ਹੋ ਗਏ, ਇੱਕ ਦਾ ਨਾਮ ਹੈ ਕੇ, ਇੱਕ ਦਾ ਨਾਮ ਹੈ ਐਲ। ਜਿਹੜਾ ਐਫ ਹੈ ਉਹਦੇ ਵੇਖ ਕੇ ਦੋ ਬੱਚੇ ਹੋ ਗਏ, ਇੱਕ ਦਾ ਨਾਮ ਹੈ ਐਮ, ਇੱਕ ਦਾ ਨਾਮ ਹੈ ਐਨ। ਹੁਣ ਸੋਚੋ ਇੱਕੋ ਖੇਤ ਤੇ ਕਿੰਨੇ ਕੰਮ ਕਰਦੇ ਪਏ ਨੇ। ਏ ਬੀ ਕੰਮ ਕਰ ਰਹੇ ਸੀ, ਨਾਲ ਕੀ ਹੋਗਾ, ਸੀ ਵੀ ਆ ਗਿਆ, ਡੀ ਵੀ ਆ ਗਿਆ, ਈ ਵੀ ਆ ਗਿਆ, ਐਫ ਵੀ ਆ ਗਿਆ, ਜੀ ਐਚ ਆਈ ਜੇ ਕੇ ਐਲ ਐਮ ਐਨ। ਯਾਨੀ 1 2 3 4 5 6 7 8 9 10 11 12 13 14 ਤੇ ਜਿਹੜਾ ਪਹਿਲਾ ਦਾਦਾ ਬੈਠਾ ਸੀ ਉਹਨਾਂ ਦਾ ਇਹ ਪਹਿਲਾ ਬੰਦਾ ਨਾਲ, ਯਾਨੀ ਕਿ ਹੁਣ ਜਿਹੜੇ ਖੇਤ ਤੇ ਇੱਕ ਬੰਦਾ ਕੰਮ ਕਰਦਾ ਪਿਆ ਸੀ ਉਸੇ ਖੇਤ ਤੇ 15 ਬੰਦੇ ਕੰਮ ਕਰਦੇ ਪਏ ਨੇ। ਦਿਖਾਈ ਦੇਵੇਗਾ 15 ਕਰਦੇ ਪਏ ਨੇ, ਪਰ ਉਹਨਾਂ ਦੇ ਕਰਾਣਾ ਸੇ ਕੁਝ ਨਹੀਂ ਹੋਏਗਾ। ਤਾਂ ਆਪਾਂ ਕਹਿੰਦੇ ਆ ਵੀ ਖੇਤੀ ਖੇਤਰ ਦੇ ਵਿੱਚ ਨਾ ਇਹ ਛੁਪੇ ਹੋਏ ਬੇਰੋਜ਼ਗਾਰ ਨੇ, ਮਤਲਬ ਜਿਹੜੇ ਨਜ਼ਰ ਨਹੀਂ ਆਉਂਦੇ ਪਰ ਕੰਮ ਵੀ ਨਹੀਂ ਕਰਦੇ ਪਏ। ਦਿਖਾਈ ਦੇਗਾ ਕੰਮ ਕਰਦੇ ਪਏ ਨੇ ਪਰ ਕੰਮ ਕਰਦੇ ਕੁਰਦੇ ਕੋ ਨਹੀਂ ਪਏ। ਤੇ ਇਹ ਜਿਹੜੇ ਜ਼ੀਰੋ ਵਾਲਾ, ਮਾਈਨਸ ਵਾਲਾ, ਇਹ ਜਿਹੜੇ ਨੇ ਇਹ ਕੀ ਨੇ, ਇਹ ਛੁਪੇ ਹੋਏ ਬੇਰੋਜ਼ਗਾਰ ਨੇ। ਯਾਨੀ ਅਗਰ ਆਪਾਂ ਇਸ ਬੰਦੇ ਨੂੰ ਬਾਹਰ ਕੱਢ ਦਈਏ ਨਾ ਕੰਮ ਤੋਂ, 8ਵੇਂ ਬੰਦੇ ਨੂੰ ਬਾਹਰ ਕੱਢ ਦਈਏ ਤਾਂ ਕੋਈ ਫਰਕ ਨਹੀਂ ਪਏਗਾ ਆਪਾਂ ਨੂੰ। ਕਿਉਂ ਨਹੀਂ ਪਏਗਾ? ਕਿਉਂਕਿ ਇਹਦਾ ਕੰਮ ਹੀ ਨਹੀਂ ਕੀਤਾ। ਜੇ 9ਵੇਂ ਨੂੰ ਕੱਢੀਏ ਆਪਣਾ ਉਤਪਾਦਨ ਵਧੇਗਾ, ਕਿਉਂਕਿ ਜਿਹੜਾ ਖਰਾਬ ਕਰਦਾ ਪਿਆ ਸੀ ਨਾ ਇਹਨੇ ਇਹ ਖਰਾਬ ਕਰਨ ਦੇ ਲਾਇਕ ਨਹੀਂ ਦੇਗਾ, ਭਜਾਤਾ ਕੰਮ ਤੋਂ। ਜਿਹੜਾ 10ਵਾਂ ਬੰਦਾ ਸੀ ਅਗਰ ਆਪਾਂ ਇਹਨੂੰ ਕੱਢ ਦਈਏ ਹੋਰ ਜ਼ਿਆਦਾ ਫਾਇਦਾ ਹੋਏਗਾ। ਯਾਨੀ ਆਪਾਂ ਨੂੰ ਵੱਧ ਤੋਂ ਵੱਧ ਕਿੰਨੇ ਬੰਦੇ ਕੰਮ ਤੇ ਲਾਣੇ ਚਾਹੀਦੇ ਨੇ? 7। 8ਵਾਂ ਤਾਂ ਮਤਲਬ ਹੀ ਪੈਦਾ ਨਹੀਂ ਹੁੰਦਾ ਲਾਣ ਦਾ, ਕਿਉਂਕਿ ਉਹਨਾਂ ਦਾ ਆਪਾਂ ਨੂੰ ਕੋਈ ਕੰਮ ਹੀ ਨਹੀਂ ਕੀਤਾ। ਸਹੀ ਹੋ ਗਿਆ? ਤਾਂ ਇਹ ਸੀ ਆਪਣਾ ਟੇਬਲ। ਯਾਨੀ ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ ਦੇ ਵਿੱਚ ਕੀ ਕਰਨਾ ਹੈ? ਸਭ ਤੋਂ ਪਹਿਲਾਂ ਟੇਬਲ ਬਣਾਉਣਾ ਹੈ। ਬਣ ਗਿਆ? ਹੁਣ ਟੇਬਲ ਦੇ ਵਿੱਚ ਵੀ ਕੁੱਲ ਉਤਪਾਦਨ, ਔਸਤ ਉਤਪਾਦਨ, ਸੀਮਾਂਤ ਉਤਪਾਦਨ, ਸਭ ਤੋਂ ਪਹਿਲਾਂ ਜੋ ਬਣਾਉਣਾ ਹੈ ਉਹ ਸੀਮਾਂਤ ਬਣਾਉਣਾ ਹੈ। ਕਿਵੇਂ ਬਣੇਗਾ? ਸਿੰਪਲ 1 2 3 4 1 2 3 4 ਕੀਤਾ, ਉਸ ਵਾਰ ਕਰਨਾ ਹੈ ਘਟਾਣਾ ਸ਼ੁਰੂ ਕਰ ਦਿਆ ਜੇ 3 2 1 0 -1 ਤੇ -2। ਸਿੰਪਲ, ਪਹਿਲਾਂ ਵਧਾਓ ਫਿਰ ਘਟਾਣਾ ਸ਼ੁਰੂ ਕਰ ਦਿਓ, ਘਟਾ ਕੇ 0 ਤੇ ਲਿਆਓ, ਉਸ ਤੋਂ ਬਾਅਦ -1 ਤੇ -2 ਲਾ ਦਿਓ, ਬਹੁਤ ਹੈ। ਹੁਣ ਜਦੋਂ ਆਪਾਂ ਸੀਮਾਂਤ ਉਤਪਾਦਨ ਨੂੰ ਜੋੜਾਂਗੇ ਤਾਂ ਕੁੱਲ ਬਣੇਗਾ। ਆਪਾਂ ਆਲਰੇਡੀ ਆਪਣੇ ਲੈਕਚਰ 'ਚ ਗੱਲ ਕਰ ਚੁੱਕੇ ਹਾਂ। 1 2 ਹੋਰ ਜੋੜੇ, 3 3 ਹੋਰ ਜੋੜੇ, 6 4 ਹੋਰ ਜੋੜੇ, 10 3 ਹੋਰ ਜੋੜੇ, 13 2 ਹੋਰ ਜੋੜੇ, 15 1 ਹੋਰ ਜੋੜਿਆ, 16 0 16 1 ਮਾਈਨਸ ਹੋ ਜਾਏਗਾ, 15 2 ਮਾਈਨਸ ਹੋਣਗੇ, 13। ਕੁੱਲ ਉਤਪਾਦਨ ਹੋ ਗਿਆ। ਹੁਣ ਕੀ ਕਰਨਾ ਹੈ? ਕੁੱਲ ਉਤਪਾਦਨ ਨੂੰ ਮਜ਼ਦੂਰ ਨਾਲ ਭਾਗ ਕਰੋ ਤਾਂ ਔਸਤ ਨਿਕਲੇਗਾ 1/1। 1 ਇੱਥੇ ਕਿੰਨਾ ਆ ਗਿਆ? 3/2 1.5, 6/3 2 10/4 2.5, 13/5 2.6, 15/6 2.5, 16/7 2.43, 16/8 2, 15/9 1.67, 13/10 1.30। ਇਹ ਬਣ ਗਿਆ ਆਪਣਾ ਔਸਤ ਉਤਪਾਦਨ। ਬਣਾ ਲਿਆ। ਜਦੋਂ ਇਹ ਟੇਬਲ ਬਣ ਜਾਵੇ ਇਸ ਤੋਂ ਬਾਅਦ ਕੀ ਕਰਨਾ ਹੈ? ਇਸ ਟੇਬਲ ਦੀ ਬਣਾਣੀ ਹੈ ਡਾਇਗਰਾਮ। ਹੁਣ ਡਾਇਗਰਾਮ ਵੀ ਉਵੇਂ ਬਣਾਣੀ ਜਿਹੜੀ ਆਪਾਂ ਕੀ ਕਰ ਰਹੇ ਸੀ, ਕੁੱਲ ਉਤਪਾਦਨ, ਔਸਤ ਉਤਪਾਦਨ, ਸੀਮਾਂਤ ਉਤਪਾਦਨ ਦਾ ਸੰਬੰਧ ਦਿਖਾਉਣ ਵਾਸਤੇ ਜਿਹੜਾ ਹੈ ਉਹ ਬਣਾਈ ਸੀ। ਉਹੀ ਡਾਇਗਰਾਮ ਜਿਹੜੀ ਹੈ ਉਹ ਆਪਾਂ ਫਿਰ ਬਣਾਵਾਂਗੇ। ਡਾਇਗਰਾਮ ਹਮੇਸ਼ਾ ਪੈਰਲਲ ਬਣਾਣੀ ਹੈ, ਇਸ ਗੱਲ ਦਾ ਧਿਆਨ ਰੱਖਣਾ ਹੈ। ਠੀਕ ਹੈ? ਤਾਂ ਉਵੇਂ ਹੀ ਜਿਹੜਾ ਆਪਣੀ ਉੱਪਰ ਵਾਲੀ ਡਾਇਗਰਾਮ ਹੈ ਉਹ ਬਣੇਗੀ ਕੁੱਲ ਉਤਪਾਦਨ ਦੀ। ਠੀਕ ਹੈ? ਜਿਹੜੀ ਨੀਚੇ ਬਣੇਗੀ ਬਿਲਕੁਲ ਪੈਰਲਲ ਉਹ ਬਣੇਗੀ ਔਸਤ ਉਤਪਾਦਨ ਤੇ ਸੀਮਾਂਤ ਉਤਪਾਦਨ ਦੀ। ਠੀਕ ਹੈ? ਤਾਂ ਦੋਨਾਂ ਦਾ ਜਿਹੜਾ x ਐਕਸਿਸ ਰਹੇਗਾ ਉਹਦੇ ਉੱਪਰ ਆਪਾਂ ਲਵਾਂਗੇ ਮਜ਼ਦੂਰ। ਠੀਕ ਹੈ? ਇੱਧਰ ਵੀ ਕੀ ਲਾਂਗੇ? ਮਜ਼ਦੂਰ। ਇੱਧਰ ਕੁੱਲ ਉਤਪਾਦਨ ਲਿਆ ਹੈ, ਇੱਧਰ ਆਪਾਂ ਲਾਂਗੇ ਔਸਤ ਅਤੇ ਸੀਮਾਂਤ ਉਤਪਾਦਨ। ਠੀਕ ਹੈ? ਤਾਂ 0 ਆ ਗਿਆ। ਹੁਣ ਆਪਣੇ ਕੋਲ ਕਿੰਨੇ ਮਜ਼ਦੂਰ ਨੇ? 10। ਤਾਂ 10 ਮਜ਼ਦੂਰ ਲੈ ਲਓ। 1 2 3 4 5 6 7 8 9 ਤੇ 10। ਇਹੀ ਸੇਮ ਥੱਲੇ ਆਣੇ ਚਾਹੀਦੇ ਨੇ। ਯਾਨੀ ਮੈਂ ਪਹਿਲਾਂ ਸਮਝਾਇਆ ਸੀ ਵੀ ਜਿਹੜੇ ਪੈਰਲਲ ਡਾਇਗਰਾਮ ਹੁੰਦੀਆਂ ਨੇ ਜਿਨ੍ਹਾਂ 'ਚ ਦੋ ਐਕਸਿਸ ਜਿਹੜੇ ਨੇ ਬਿਲਕੁਲ ਆਮਨੇ ਸਾਹਮਣੇ ਹੁੰਦੇ ਆ, ਮਤਲਬ ਇਹਦਾ 1 ਤੇ ਇਹਦਾ 1, ਇਹਦਾ 2 ਤੇ ਇਹਦਾ 2, ਇਹਦਾ 3 ਤੇ ਇਹਦਾ 3, ਕੀ ਹੋਣਾ ਚਾਹੀਦਾ ਹੈ?
आमने सामने होना चाहिए। तो आप की करते हैं, आमने सामने बनाने वास्ते आप निशान ला लेने आ। आ एक आ गया, आ दो आ गया, 3 4 5 6 7 8 9 ਤੇ 10 1 2 3 4 5 6 7 8 9 ਤੇ 10 ठीक हो गया। हुन ऊपर वाले च लेना आप कुल उत्पादन। कुल उत्पादन देखो भी अपना शुरू कितों होया, एक तो हाईएस्ट किथे गया 16 ते, ठीक। तो आप 2 2 दे 8 खाने लांगे, 2 4 6 8 10 12 14 ते 16। नीचे औसत उत्पादन, सीमांत उत्पादन शुरू हुए ने एक तो हाईएस्ट पॉइंट है 4 ते लोएस्ट पॉइंट है -2, यानी कि इथे 1 2 3 4 थले आ जाएगा -1 ते नाल आ जाएगा -2, ठीक है। हुन पहला बनाने आ कुल उत्पादन दी वक्र। तां कुल उत्पादन एक ते एक है। तां हुन मैं कल भी समझाया सी जे आपां मान लो कोई उत्पादन दा साधन लाया नहीं, मजदूर काम ते लाया ही नहीं, मजदूर जीरो होणगे तां की होएगा, उत्पादन ही नहीं होना। जो बंदा ही काम ते नहीं लाया तो उत्पादन कित्थों कराओगे, तां मजदूर किन्ना 0, तां उत्पादन भी किन्ना 0। तां कुल उत्पादन दी वक्र 0 तो शुरू करांगे, ठीक। हुन एक ते एक, ठीक, 2 ते हैगा 3, 2 ते हो गया 3, उस तो बाद 3 ते हैगा 6, 3 ते हैगा 6, उस बाद 4 ते हैगा 10, 4 ते हैगा 10, 5 ते हैगा 13, 5 ते हैगा 13, उस बाद 6 ते हैगा 15, 6 ते हैगा 15, 7 ते हैगा 16, 7 ते हैगा 16, 8 ते भी हैगा 16, 9 ते हैगा 15, 9 ते हैगा 15 ते 10 ते हैगा 13, 10 ते हैगा 13। अब बन गया, तेन मिला दो, पहला ऊपर वाल जाएगी, ठीक है। देख लो वक्र ऊपर वाल जा रही है, कुल उत्पादन वक्र ऊपर वाल जा रही है, मतलब कुल उत्पादन वध रहा है। इत्थे आगे की हो गया, बिल्कुल सीधी होगी, यानी कुल उत्पादन की हो गया स्थिर। उस तो बाद की हो गया थल्ले आ गई, यानी कि कुल उत्पादन घटना शुरू हो गया। ये बन गई अपनी कुल उत्पादन दी वक्र, ठीक हो गया। हुण बनाने आपां औसत उत्पादन। जेड़ा औसत उत्पादन है, भावें औसत बना लो भावें सीमांत बना लो। पहला औसत बनाने, औसत है 1 ते 1, तो 1 ते 1, 2 ते हैगा 1.5, 2 ते हैगा 1.5, 3 ते हैगा 2, 3 ते हैगा 2, 4 ते 2.5, 4 ते 2.5, 5 ते 2.6, 5 ते 2.6, 6 ते 2.5, 6 ते फिर 2.5, 7 ते 2.43, 2.5 बिल्कुल थले आ जाएगा हल्का जा, 8 ते 2, 8 दे ऊपर बिल्कुल 2, फिर 1.67, 1.43 आ गया। आ बन गई तुहाडी औसत उत्पादन दी वक्र, नाम देता AP। A मतलब एवरेज, P मतलब प्रोडक्शन। हुण आ जाओ सीमांत उत्पादन ते। सीमांत 1 ते 1, आ सेम पॉइंट आ गया, 2 ते 2, 3 ते 3, 4 ते 4, 5 ते 3, 6 ते 2, 7 ते 1, 8 ते 0, 9 ते -1, 10 ते -2, ठीक। तो पॉइंट मिलाओ, आ गए, नीचे आया, आ गई तुहाडी MP, यानी कि तुहाडी सीमांत उत्पादन दी वक्र, ठीक हो गया। तो जो टेबल बनाया उवें डायग्राम बना ली। हुण आपां की करना है,
ਹੁਣ ਆਪਾਂ ਨਾ ਇਸ ਟੇਬਲ ਤੇ ਇਸ ਡਾਇਗਰਾਮ ਤੋਂ ਪਰਿਵਰਤਨਸ਼ੀਲ ਅਨੁਪਾਤ ਦੇ ਨਿਯਮ ਦੀਆਂ ਤਿੰਨ ਅਵਸਥਾਵਾਂ ਕੱਢਣੀਆਂ ਨੇ। ਯਾਨੀ ਜਿਹੜਾ ਪਰਿਵਰਤਨਸ਼ੀਲ ਅਨੁਪਾਤ ਦਾ ਨਿਯਮ ਹੈ ਉਹਦੇ ਤਿੰਨ ਅਵਸਥਾਵਾਂ ਹੁੰਦੀਆਂ ਨੇ। ਉਹ ਤਿੰਨ ਅਵਸਥਾਵਾਂ ਬਣਾਉਣੀਆਂ ਕਿਵੇਂ ਨੇ ਪਹਿਲਾਂ ਇਹ ਸਮਝਦੇ ਹਾਂ, ਠੀਕ ਹੈ। ਫਿਰ ਉਹ ਕਿਉਂ ਹੈਗੀਆਂ ਨੇ ਉਹ ਸਮਝਦੇ ਹਾਂ। ਤਾਂ ਜਿਹੜੀ ਪਹਿਲੀ ਅਵਸਥਾ यानी कि पहली स्थिति यानी कि पहली स्टेज, ध्यान इस गल का रखना है भी ਜਿਹੜੀਆਂ ਆਪਾਂ ਹੁਣ ਅਵਸਥਾਵਾਂ ਜਾਂ ਸਥਿਤੀਆਂ ਜਾਂ ਸਟੇजेस ਬਣਾਉਣ ਲੱਗੇ ਆ ਉਹ ਸਾਰੀਆਂ ਅਵਸਥਾਵਾਂ ਉਹ ਸਾਰੀਆਂ ਸਟੇजेस ਉਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਉਹ ਸੀਮਾਂਤ ਉਤਪਾਦਨ ਦੇ ਆਧਾਰ ਤੇ ਬਣਨੀਆਂ ਨੇ। ਮਤਲਬ ਜਦੋਂ ਸਟੇजेस ਬਣਾਉਣੀਆਂ ਹੈ ਕੁੱਲ ਉਤਪਾਦਨ ਵਾਲੇ ਧਿਆਨ ਦੇਣ ਦੀ ਕੋਈ ਲੋੜ ਨਹੀਂ, ਔਸਤ ਵਾਲੇ ਧਿਆਨ ਦੇਣ ਦੀ ਕੋਈ ਲੋੜ ਨਹੀਂ, ਸੀਮਾਂਤ ਵਾਲੇ ਪਾਸੇ ਧਿਆਨ ਦੇਣਾ। ਤਾਂ ਪਹਿਲੀ ਸਟੇਜ ਉਦੋਂ ਖਤਮ ਹੁੰਦੀ ਹੈ, ਮੈਂ ਜੋ ਖਤਮ ਹੋਏਗੀ ਨਾ ਉਹ ਸਟੇਜ ਦੀ ਗੱਲ ਕਰਾਂਗਾ। ਪਹਿਲੀ ਸਟੇਜ ਉਦੋਂ ਖਤਮ ਹੋਏਗੀ ਜਦੋਂ ਸੀਮਾਂਤ ਉਤਪਾਦਨ ਆਪਦੇ ਹਾਈਐਸਟ ਪੁਆਇੰਟ ਤੇ ਹੋਏਗਾ। ਤਾਂ ਪੂਰੀ ਲਾਈਨ ਚੈੱਕ ਕਰੋ ਸੀਮਾਂਤ ਉਤਪਾਦਨ ਦੀ, ਇਹ ਦੇਖੋ ਵੀ ਕਿਤੇ ਜਾ ਕੇ ਸੀਮਾਂਤ ਉਤਪਾਦਨ ਆਪਦੇ ਹਾਈਐਸਟ ਪੁਆਇੰਟ ਤੇ ਹੈ, ਸਭ ਤੋਂ ਜ਼ਿਆਦਾ 4 ਤੇ ਹੈ। ਤਾਂ ਜਦੋਂ आया 4 सीमांत उत्पादन तो आ होगी अपनी फर्स्ट स्टेज, पहली अवस्था खत्म। जदों सीमांत उत्पादन हाईएस्ट होएगा उदों की होएगा उस पॉइंट ते पहली स्टेज खत्म। हुण इधर भी बना लेने नाल दे नाल, यानी हुण देखो सीमांत उत्पादन दी वक्र चेक करो, जिथे तुहानूं लगदा है भी सीमांत उत्पादन वाली लाल रंग वाली लाइन जिथे सब तो उच्ची है उते पहली खत्म। तो पहली खत्म किथे 4 ते, आप इत्थे भी लाइन लाती 4 दे ऊपर अपनी पहली स्टेज जिहड़ी है वो होगी खत्म। तो आ की है ये अपनी फर्स्ट स्टेज है। टेबल दा डायग्राम नाल नाल चलणगे, ठीक हो गया। हुण दूजी स्टेज उदों खत्म हुंदी है, दूसरी स्टेज उदों खत्म हुंदी है जदों सीमांत उत्पादन 0 हुंदा है, ठीक। हम चेक करो सीमांत उत्पादन किथे 0 आ पिया। जदों सीमांत उत्पादन 0 होया तां उत्थे आके अपनी दूजी स्टेज खत्म। तां आ होगी अपनी सेकंड स्टेज, ठीक है। यही चीज डायग्राम चलो देखो, सीमांत उत्पादन वाली लाल रंग वाली लाइन किथे 0 है 8 ते जाके, तां 8 ते जाके की हो गया इत्थे आके अपनी जिहड़ी दूसरी स्टेज है वो खत्म। तो आ बन गई अपनी सेकंड स्टेज, ठीक। तो बाकी जिहड़ी बची जिथे सीमांत उत्पादन माइनस हो रहा है वो की है, वो है अपनी थर्ड स्टेज, यानी कि आ जो बच गया जो कुल उत्पादन थले आने लग पिया वो की हो जाएगी, वो हो जाएगी अपनी थर्ड स्टेज, ठीक हो गया। गल समझ लगी भी पहली स्टेज कदों खत्म है जदों सीमांत उत्पादन हाईएस्ट है उथे पहली खत्म, जिथे सीमांत उत्पादन 0 है उथे दूजी खत्म, बाकी जिहड़ी बच गई वो तीजी। हुण अगर आपां इहनूं पहली इहनूं दूजी इहनूं तीजी क्या तां क्यों क्या उहदे विच कारण की है। तां जिहड़ी पहली स्टेज है उहदे विच की है, अगर तुसीं ध्यान नाल देखो तां जिहड़ा सीमांत उत्पादन है वो वध रहा, देख लो 1 2 3 4 वध रहा। तो इहनूं आपां कहांगे पहली स्टेज नूं, इहनूं नाम दिने हां वधदे प्रतिफल दी अवस्था, ठीक है। वधदे प्रतिफल दी अवस्था मतलब भी इहदे च की हो रहा है, हरेक अगला बंदा पहले तो बाद दूजा, दूजे तो बाद तीजा, तीजे तो बाद चौथा वो की कर रहा है पिछले वाले नालों वध उत्पादन करता पे, यानी पहले ने उत्पादन किया 1, दूजे ने किया 2, यानी उसने वध किया, तीजे ने किया 3, पिछले वाला ने वध किया, चौथे ने किया 4, पिछले वाला ने वध किया। यानी हरेक अगला जिहड़ा परिवर्तनशील साधन ला रहे हो वो की कर रहा है पिछले वाले नालों वध उत्पादन कर रहा है, तो आप इहनूं कहने आ वधदे प्रतिफल दी अवस्था, ठीक हो गया। हुण अगर सेकंड च देखिए की हो रहा है, इत्थे 4 कीता सी, चौथे बंदे ने, पंजवें ने कीता 3, यानी उस तो की कीता घट कीता, छेवां लाया उन्हें 2 कीता होर घट,
7वें ने किया 1 यानी कि होर घट, 8वें ने किया 0 यानी कि होर घट। यानी इत्थे की हो रहा है, जिहड़ा आपां हरेक वारी परिवर्तनशील साधन ला रहे हां, 5वां 6वां 7वां 8वां, वो की कर रहा है, आदे पिछले वाले बंदे नालों घट उत्पादन करदा पिया, तां इहनूं आपां बोलांगे घटदे प्रतिफल दी अवस्था। ठीक है, नाम तो चीज पकड़ लो, नाम तो गल क्लियर हो रही है भी पिछली बारी की हो रहा है, हरेक अगला बंदा पिछले वाले नालों वध उत्पादन करदा पिया तां वधदे प्रतिफल। अगले दे विच की हो रहा है, हरेक अगला बंदा पिछले वाले नालों घट उत्पादन करदा पिया तां घटदे प्रतिफल। हुण इत्थे की होया, तीजी स्टेज आके जिहड़े प्रतिफल हो गए माइनस यानी कि ऋणात्मक, तां इहनूं आपां नाम देंगे ऋणात्मक प्रतिफल दी अवस्था। ठीक हो गया, यानी केड़ी अवस्था नूं केड़ा नाम देना है वो क्लियर भी, पहला वधदे प्रतिफल, फिर घटदे प्रतिफल, फिर की हो गया ऋणात्मक प्रतिफल। ठीक, 3 स्टेजेस बन गई। हुण आंदा है अपना सब तो इंपॉर्टेंट क्वेश्चन। ठीक, हुण वो ये आंदा है भी अगर एक उत्पादक ने यह फैसला लेना है कि वो पहले स्टेज च काम करे कि दूजी स्टेज च काम करे कि तीजी स्टेज च काम करे, मतलब उन्हें यह सोचना है मैं किन्ने बंदियां नूं काम ते लावां। मतलब मैं 4 बंदियां नूं काम ला के काम रोक दियां, मतलब सिर्फ पहली स्टेज जिथे खत्म हुंदी पई है मैं उन्ना ही काम करा, या मैं दूजी स्टेज आके काम रोका, या मैं तीजी स्टेज आके काम रोका। मतलब मैं किन्ने बंदियां नूं काम ते लावां, मैं 4 नूं लावां, 5 नूं, 6 नूं, 7 नूं, 8 नूं, 9 नूं, 10 नूं, किन्ने बंदियां नूं काम ते लावां। क्योंकि जे तो कहंदा भी आपां तां सिर्फ 4 बंदियां नूं काम ते लावांगे, आपां 5वां बंदा काम ही नहीं लाना, क्योंकि 5वां बंदा घट काम करके दिंदा पिया, मैं तां नहीं लांदा इहनूं काम ते। मतलब मैं कहांगा वो पहली स्टेज दे विच काम करन नूं तैयार है। जे वो कहंदे नहीं नहीं मैं तां दूजी च भी आ ही जावांगा, तो मैं कहांगा उनदे काम करन दी अवस्था दूजी। जे कहता नहीं मैं तो ऋणात्मक भी सहन करने नूं तैयार आ, मैं कहूँगा फिर वो तीजी च काम करेगा। हुण आपां ये सोचना है भी एक उत्पादक जिहड़ा है वो किहड़ी अवस्था दे विच काम करेगा, पहली, दूजी ते तीजी। ठीक है, हुण आपां उहदे वास्ते थोड़ा जिहा आ डायग्राम जिहड़ा इहनूं आपां इत्थों हटाण लगे हां ताकि अपने कोल जगह मिल जाए तां आपां की कर सकीए, इहनूं आपां एक्सप्लेन कर सकीए, क्योंकि अपने कोल टेबल है तां आपां टेबल नाल बहुत अच्छा एक्सप्लेन जिहड़ा वो कर सकांगे। तां आपां की कीता, आपां 3 स्टेजेस लई। ਤਾਂ ਹੁਣ ਆਪਾਂ ਪਹਿਲਾਂ ਤਾਂ ਇਹ ਸੋਚਦੇ ਆਂ ਵੀ ਹੁਣ ਤੁਹਾਡੇ ਦਿਮਾਗ ਵਿੱਚ ਪਤਾ ਕੀ ਚੱਲਦਾ ਹੋਵੇਗਾ ਵੀ ਉਹ ਬੰਦਾ ਯਾਰ ਪਹਿਲੀ ਸਟੇਜ 'ਚ ਕੰਮ ਕਰੇਗਾ, ਵੀ ਉੱਥੇ ਕੀ ਹੋ ਰਿਹਾ, ਹਰੇਕ ਅਗਲਾ ਬੰਦਾ ਪਿਛਲੇ ਵਾਲੇ ਨਾਲ ਜ਼ਿਆਦਾ ਕੰਮ ਕਰਕੇ ਦਿੰਦਾ ਪਿਆ, ਤਾਂ ਪਾਗਲ ਹੈ ਦੂਜੀ 'ਚ ਜਾਏਗਾ। ਗੱਲ ਸੋਚਣ ਵਾਲੀ। ਤਾਂ ਮੈਂ ਹਮੇਸ਼ਾ ਨਾ ਆਦੇ ਸਟੂਡੈਂਟ ਨੂੰ ਇੱਕ ਚੀਜ਼ ਸਿਖਾਉਂਦਾ ਹੁੰਦਾ ਕਿ ਜਦੋਂ ਵੀ ਤੁਹਾਨੂੰ ਮੰਨ ਲਓ ਪੇਪਰ ਦੇ ਵਿੱਚ ਨਾ ਮਲਟੀਪਲ ਚੋਇਸ ਕੁਐਸਚਨ ਆ ਜਾਣ, A B C D 4 ਆਪਸ਼ਨ ਹੈ, ਹੁਣ ਤੁਹਾਨੂੰ ਆਨਸਰ ਨਹੀਂ ਆਂਦਾ, ਤਾਂ ਪਹਿਲਾਂ ਉਹ ਆਪਸ਼ਨ ਸੋਚੋ ਵੀ ਜਿਹੜਾ ਆਨਸਰ ਹੋ ਹੀ ਨਹੀਂ ਸਕਦਾ। ਮਤਲਬ A B C D ਦੇ ਵਿੱਚੋਂ ਉਹ ਆਪਸ਼ਨ ਚੱਕੋ ਵੀ ਇਹ ਤਾਂ ਸਾਨੂੰ ਪੱਕਾ ਯਕੀਨ ਹੈ ਵੀ ਇਹ ਆਨਸਰ ਹੈ ਹੀ ਨਹੀਂ, ਉਹ ਬਾਹਰ ਕੱਢ ਦਿਓ। ਯਾਨੀ ਜਿੱਥੇ ਪਹਿਲਾਂ ਤੁਸੀਂ 4 ਚੀਜ਼ਾਂ 'ਚ ਕਨਫਿਊਜ਼ ਸੀ ਨਾ, ਇੱਕ ਬਾਰ ਕੱਢਤਾ ਨਾ, ਹੁਣ 3 'ਚ ਕਨਫਿਊਜ਼ ਹੈਗੇ ਹੋ, ਫਿਰ ਕੀ ਕਰੋ, ਫਿਰ ਉਹ ਤਿੰਨਾਂ 'ਚ ਸੋਚੋ ਵੀ ਆਹ ਆਨਸਰ ਨਹੀਂ ਹੈਗਾ, ਉਹਨੂੰ ਬਾਹਰ ਕੱਢੋ। ਹੁਣ ਤੁਸੀਂ 2 'ਚ ਕਨਫਿਊਜ਼ ਹੋ, ਯਾਨੀ ਕੀ ਹੋਏਗਾ, ਤੁਹਾਡੇ ਕੁਐਸਚਨ ਠੀਕ ਕਰਨ ਦੇ ਚਾਂਸਸ ਜਿਹੜੇ ਪਹਿਲਾਂ 25% ਸੀ ਹੁਣ 50 ਹੋ ਜਾਣਗੇ। यानी सेम चीज इत्थे लावांगे। पहला तो ये सोचो भी वो बंदा किहड़ी स्टेज च काम नहीं करेगा, उन्हें पहले ही बाहर कढ दिंदे आ, बाकी बाद च वेख लांगे। यानी हुण ये तो पक्का तीजी ते जाएगा नहीं, क्यों, वो कहंदा है भी अगर मैं 8 बंदियां नूं काम ते लाना तो 8 बंदे मैनूं 16 चीज़ां बना के दिंदे हैं। ठीक है, मैं अगर 9वां बंदा लाना तो काम 15 हो जाता है, वो कहंदा पागल 9वें बंदे नूं काम ते लावांगा, वो कहंदा 10वां ला देवां तो काम 13 हो जाता है, काम होर घटी जाता है, वो कहना तीजी तो रह नहीं दियो। यानी ये तो पक्का है भी वो तीजी स्टेज विच तां काम करेगा नहीं, आ तां पै गया जे कांटा तीजी स्टेज ते, बाकी बची पहली ते दूजी। हुण आपां आ जांदे आ पहली के दूजी। हुण तुहाडे दिमाग 'च हाले भी पहली चलदा होएगा, है ना, लाओ हिसाब किताब। हुण मैं ये कहना कि वो पहली स्टेज विच काम नहीं करेगा, मैं कह रहा भी पहली च काम नहीं करेगा, मैं कहना कि वो एक्चुअली काम करेगा दूजी च। हुण तुसीं सोचोगे दूजी च किवें, हिसाब लाने आ। मन भी जेड़ी चीज वो बंदा बना के दिंदा पिया, जेड़ी चीज वो बंदा तुहानूं बना के दे रहा है,
ਮੰਨ ਲਓ ਉਹ ਚੀਜ਼ ਦੀ ਕੀਮਤ ਜਿਹੜੀ ਹੈ ਨਾ ਉਹ ਹੈਗੀ ਹੈ 100 ਰੁਪਏ। ਮਤਲਬ ਜਿਹੜੀ ਆ ਇੱਕ ਚੀਜ਼ ਬਣਾਈ ਆ, ਦੋ ਬਣਾਈ ਆ, ਤਿੰਨ ਬਣਾਈ ਆ, ਚਾਰ ਬਣਾਈ, ਇੱਕ ਚੀਜ਼ ਜਿਹੜੀ ਹੈ ਉਹ 100 ਰੁਪਏ ਦੀ ਹੈ ਤਾਂ ਕੀਮਤ ਹੋਗੀ 100 ਰੁਪਏ। ਜਿਹੜਾ ਬੰਦਾ ਤੁਸੀਂ ਕੰਮ ਤੇ ਲਾਓਗੇ ਉਹਨੂੰ ਮੰਨ ਲਓ ਤੁਸੀਂ ਮਜ਼ਦੂਰੀ ਵੀ ਦੇਣੀ ਹੈ 100 ਰੁਪਏ। ਮੰਨ ਲਿਆ ਵੀ ਇੱਕ ਬੰਦਾ ਲਾਇਆ 100 ਰੁਪਏ, ਅਗਲਾ ਲਾਓਗੇ 100 ਰੁਪਏ ਹੋਰ, ਅਗਲਾ ਲਾਓਗੇ 100 ਰੁਪਏ ਹੋਰ, ਹਰੇਕ ਮਜ਼ਦੂਰ ਨੇ ਤੁਹਾਡੇ ਕੋਲੋਂ 100 ਰੁਪਏ ਲੈਣੇ ਨੇ। ਆਪਾਂ ਮੰਨ ਲੈਂਦੇ ਹਾਂ ਇਸ ਚੀਜ਼ ਨੂੰ, ਠੀਕ। ਤਾਂ ਆਓ ਜੀ ਪਹਿਲਾਂ ਇੱਥੇ ਆਪਾਂ ਦੇਖਦੇ ਹਾਂ ਵੀ ਉਤਪਾਦਨ ਕਿੰਨੇ ਦਾ ਕੀਤਾ, ਠੀਕ ਹੈ। ਆ ਬੰਦਾ ਪਹਿਲਾ, ਆ ਗਿਆ ਦੂਜਾ, ਆ ਗਿਆ ਤੀਜਾ, ਆ ਗਿਆ ਚੌਥਾ, ਆ ਗਿਆ ਪੰਜਵਾਂ, ਛੇਵਾਂ, ਸੱਤਵਾਂ ਤੇ ਅੱਠਵਾਂ। 8 ਬੰਦੇ ਆ ਗਏ। ਫਿਰ ਆਪਾਂ ਇੱਥੇ ਦੇਖਾਂਗੇ ਕਿ ਆਪਾਂ ਮਜ਼ਦੂਰੀ ਕਿੰਨੀ ਦਿੱਤੀ, ਠੀਕ ਹੈ। ਪਹਿਲੇ ਬੰਦੇ ਨੂੰ, ਦੂਜੇ ਬੰਦੇ ਨੂੰ, ਤੀਜੇ ਬੰਦੇ ਨੂੰ, ਚੌਥੇ ਬੰਦੇ ਨੂੰ, ਪੰਜਵੇਂ ਬੰਦੇ ਨੂੰ, ਛੇਵੇਂ ਬੰਦੇ ਨੂੰ, ਸੱਤਵੇਂ ਬੰਦੇ ਨੂੰ, ਅੱਠਵੇਂ ਬੰਦੇ ਨੂੰ। ਫਿਰ ਆਪਾਂ ਇੱਥੇ ਲਿਖ ਲੈਂਦੇ ਆ ਵੀ ਆਪਾਂ ਨੂੰ ਹੁਣ ਲਾਭ ਹੋਇਆ ਕਿ ਹਾਨੀ ਹੋਈ, ਠੀਕ ਹੈ। ਦੋ ਚੀਜ਼ਾਂ, ਜਾਂ ਤਾਂ ਫਾਇਦਾ ਹੋਏਗਾ ਜਾਂ ਨੁਕਸਾਨ ਹੋਏਗਾ, ਜਾਂ ਲਾਭ ਹੈ ਤੇ ਜਾਂ ਕੀ ਹੈ ਹਾਨੀ। ਨਹੀਂ, ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ ਤੇ ਅੱਠਵਾਂ ਹੋ ਗਿਆ। ਤਾਂ ਪਹਿਲਾ ਬੰਦਾ ਤੁਸੀਂ ਕੰਮ ਤੇ ਲਾਇਆ, ਮਜ਼ਦੂਰ ਨੰਬਰ 1, ਉਹਨੇ ਤੁਹਾਨੂੰ ਨਾ ਇੱਕ ਚੀਜ਼ ਬਣਾ ਕੇ ਦਿੱਤੀ। ਮੈਂ ਸੀਮਾਂਤ ਉਤਪਾਦਨ ਚੱਕਾਂਗਾ, ਇੱਕ ਚੀਜ਼ ਬਣਾ ਕੇ ਦਿੱਤੀ। ਆਪਾਂ ਮੰਨ ਲਿਆ ਵੀ ਜੋ ਚੀਜ਼ ਬਣਾ ਕੇ ਦੇਗਾ ਉਹ 100 ਰੁਪਏ ਦੀ ਹੈ ਤੇ ਉਹਨੇ ਮਜ਼ਦੂਰੀ ਵੀ ਕਿੰਨੀ ਲੈਣੀ ਹੈ 100 ਰੁਪਏ, ਠੀਕ। ਤਾਂ ਪਹਿਲਾ ਬੰਦਾ ਲਾਇਆ, ਉਹਨੇ ਇੱਕ ਚੀਜ਼ ਬਣਾਈ, ਮੈਂ ਕਹਾਂਗਾ ਲੋ ਜੀ ਉਹਨੇ ਤੁਹਾਨੂੰ 100 ਰੁਪਏ ਦਾ ਉਤਪਾਦਨ ਕਰਕੇ ਦਿੱਤਾ, ਹੋ ਗਿਆ। ਹੁਣ ਤੁਸੀਂ ਉਹਨੂੰ ਪੈਸੇ ਵੀ ਕਿੰਨੇ ਦਿੱਤੇ, 100 ਰੁਪਏ। 100 ਰੁਪਏ ਮਜ਼ਦੂਰੀ ਲੈ ਗਿਆ, यानी कोई लाभ नहीं कोई हानि नहीं, बराबर बराबर डिगे भी 100 रुपए का काम करके दे गया, बदले 100 रुपए ही लै गया, सब बराबर। हुण तुसीं की कीता, दूजा बंदा काम ते लाया, दूजे बंदे ने तुहानूं दो चीज़ां बना के दित्तियां। देख लो सीमांत उत्पादन 2 है, जे सीमांत उत्पादन 2 है मतलब दो चीज़ां बना के दिंदा पिया, मतलब किन्ने दा उत्पादन करदा पिया, 200 रुपए का। दो चीज़ां बनाईयां, 200 रुपए का उत्पादन हो गया। सीमांत उत्पादन लेना है, हुण अगर दूजा बंदा काम ते लाओगे तो किन्ने रुपए लेगा, 100 रुपए। इत्थे किन्ने आ गए 100 रुपए, यानी उन्हें तुहानूं 100 रुपए का मुनाफा देता कमा के, यानी तुहाडे मुनाफे किन्ने हो गए 100 रुपए हो गए। भी 200 रुपए का उन्हें काम किया, 100 रुपए तुसीं उहनूं दित्ते तां 100 रुपए का तुहाडा फायदा। तुसीं लाया तीजा बंदा काम ते, उन्हें तुहानूं 3 चीज़ां बना के दित्तियां, मतलब उन्हें तुहानूं काम करके दित्ता 300 रुपए का। उनके बदले तुसीं उन्हें किन्ने दिते 100 रुपए, यानी उन्हें तुहानूं किन्ने दा मुनाफा दे दिता 200 रुपए का। फिर तुसीं चौथा बंदा काम ते लाया, उन्हें तुहानूं 4 चीज़ां बना के दित्तियां, यानी किन्ने दा उत्पादन किया 400 रुपए का। उनके बदले तुसीं उन्हें किन्ने रुपए दिते 100 रुपए, यानी तुहाडा मुनाफा किन्ने दा 300 रुपए का। तुसीं पंजवां बंदा काम ते लाया, पंजवें बंदे ने तुहानूं 3 चीज़ां बना के दित्तियां, मतलब उन्हें तुहानूं उत्पादन करता 300 रुपए का। तुसीं उहदे बदले उहनूं किन्ने रुपए दिते 100 रुपए, यानी तुहाडा मुनाफा किन्ना 200 रुपए का। छेवें बंदे ने तुहानूं 2 चीज़ां बना के दित्तियां, 2 चीज़ां बना के दित्तियां मतलब किन्ने दा उत्पादन करके दित्ता 200 रुपए का। तुसीं उहदे बदले उहनूं किन्ने रुपए दिते 100 रुपए, यानी तुहाडा मुनाफा किन्ना 100 रुपए का। सतवें बंदे ने तुहानूं एक चीज बना के दित्ती, यानी किन्ने दा उत्पादन करके दित्ता 100 रुपए का। तुसीं उहदे बदले उहनूं किन्ने रुपए दिते 100 रुपए, मुनाफा किन्ना 0। 8वें बंदे ने तुहानूं कोई चीज नहीं बना के दित्ती, उत्पादन किन्ने दा करके दित्ता 0, किन्ने रुपए लै गया 100 रुपए, यानी हुण की हो गया 100 रुपए का नुकसान, यानी कि -100 रुपए आ गए। अगर आपां इस तो बाद जिहड़ी थर्ड स्टेज है जिन्हें आप कांटा मारिया सी, अगर आप उत्थे भी चले जाते तो की हुंदा, अगर आप इहनूं अगे वधा दईए। हुण 9वां बंदा काम ते लाया, ठीक है, वो तुहाडे कोल 100 रुपए लै गया, एक तो 100 लैके गया नाल -1, यानी 100 का नुकसान नाल कर गया, 100 रुपये नाल लै गया, 100 का नुकसान कर गया, यानी हुण नुकसान किन्ने दा उहने तुहानूं कीता 200 रुपए का। 10वां बंदा काम ते लाया, एक तो की किया 200 रुपए का नुकसान करके गया,
ਤਾਂ -200 ਨਾਲ 100 ਰੁਪਏ ਨਾਲ ਲੈ ਗਿਆ, ਯਾਨੀ ਕਿ ਹੋ ਗਿਆ -300 ਹੋ ਗਿਆ। ਆ ਬਣ ਗਿਆ ਆਪਣਾ ਟੇਬਲ। ਜੇ ਇਹ ਟੇਬਲ ਬਣਿਆ ਨਾ, ਹੁਣ ਸਾਰੀ ਕਹਾਣੀ ਜਿਹੜੀ ਹੈ ਨਾ ਇਸ ਟੇਬਲ ਤੋਂ ਬਣੇਗੀ। ਇੱਥੋਂ ਪਤਾ ਲੱਗੇਗਾ ਵੀ ਹੁਣ ਇੱਕ ਉਤਪਾਦਕ ਜਿਹੜਾ ਹੈ ਉਹ ਪਹਿਲੀ ਸਟੇਜ 'ਚ ਕੰਮ ਕਰੇਗਾ, ਉਹ ਦੂਜੀ ਸਟੇਜ 'ਚ ਕੰਮ ਕਰੇਗਾ, ਕਿ ਉਹ ਤੀਜੀ ਸਟੇਜ 'ਚ ਕੰਮ ਕਰੇਗਾ। ਤਾਂ ਹੁਣ ਇਹਦਾ ਫਾਈਨਲ ਤੀਜੇ 'ਚ ਕਰੇਗਾ ਨਹੀਂ, ਕਿਉਂਕਿ ਤੀਜੀ 'ਚ ਉਹਨੂੰ ਹੋ ਰਿਹਾ ਨੁਕਸਾਨ। ਠੀਕ ਹੈ, ਹੁਣ ਪਹਿਲੀ ਕਿ ਦੂਜੀ, ਦੋਨਾਂ 'ਚ ਇੱਕ ਚੁਆਇਸ ਹੈ। ਹੁਣ ਪਹਿਲੀ ਕਿ ਦੂਜੀ ਇਹ ਆਪਾਂ ਦੇਖਾਂਗੇ ਆਪਣੇ ਅਗਲੇ ਲੈਕਚਰ ਦੇ ਵਿੱਚ, ਤਾਂ ਕਿ ਆਪਾਂ ਇਹ ਪਤਾ ਲਗਾ ਸਕੀਏ ਵੀ ਇੱਕ ਉਤਪਾਦਕ ਜਿਹੜਾ ਹੈ ਉਹਦੇ ਉਤਪਾਦਨ ਕਰਨ ਦੀ ਸਹੀ ਅਵਸਥਾ ਜਿਹੜੀ ਹੈ ਉਹ ਕਿਹੜੀ ਹੋਏਗੀ, ਤਾਂ ਕਿ ਉਹਨੂੰ ਆਪਾਂ ਇੱਕ ਫੈਸਲਾ ਦਿਲਵਾ ਸਕੀਏ। ਕਿਉਂਕਿ ਆਪਾਂ ਇਕਨੋਮਿਸਟ ਆ, ਆਪਾਂ ਅਰਥਸ਼ਾਸਤਰੀ ਆ, ਆਪਣਾ ਫਰਜ਼ ਬਣਦਾ ਹੈ ਕਿ ਆਪਾਂ ਇੱਕ ਉਤਪਾਦਕ ਨੂੰ ਦਸੀਏ ਕਿ ਭਾਈ ਸਾਹਿਬ ਤੂੰ ਅਗਰ ਇੰਨੇ ਬੰਦਿਆਂ ਨੂੰ ਕੰਮ ਲਾਣਾ ਹੈ ਨਾ, ਤੇਰੇ ਲਾਭ ਵੱਧ ਤੋਂ ਵੱਧ ਹੋ ਸਕਦੇ ਨੇ, ਕਿਉਂਕਿ ਉਹ ਉਤਪਾਦਕ ਹੈ ਜਿਹੜਾ ਉਤਪਾਦਨ ਕਰ ਰਿਹਾ ਹੈ। ਜਿਵੇਂ ਇੱਕ ਉਪਭੋਗਤਾ ਜਿਹੜਾ ਹੁੰਦਾ ਹੈ ਉਹਦਾ ਮਕਸਦ ਆਦੀ ਸੰਤੁਸ਼ਟੀ ਵੱਧ ਤੋਂ ਵੱਧ ਕਰਨਾ ਹੁੰਦਾ ਹੈ, ਉਵੇਂ ਹੀ ਜਿਹੜਾ ਇੱਕ ਉਤਪਾਦਕ ਹੁੰਦਾ ਹੈ ਉਹਦਾ ਮਕਸਦ ਆਪਣੇ ਲਾਭ ਨੂੰ, ਆਪਣੇ ਪ੍ਰੋਫਿਟ ਨੂੰ ਵੱਧ ਤੋਂ ਵੱਧ ਕਰਨਾ ਹੁੰਦਾ ਹੈ। ਉਹ ਉੱਥੇ ਰੁਕੇਗਾ ਜਿੱਥੇ ਉਹਦੇ ਪ੍ਰੋਫਿਟ ਵੱਧ ਤੋਂ ਵੱਧ ਹੋਣਗੇ। ਹੁਣ ਉਹ ਪਹਿਲੀ ਸਟੇਜ 'ਚ ਹੋਣਗੇ ਕਿ ਦੂਜੀ 'ਚ ਹੋਣਗੇ ਕਿ ਤੀਜੀ 'ਚ ਹੋਣਗੇ, ਇਹ ਆਪਾਂ ਆਪਣੇ ਅਗਲੇ ਲੈਕਚਰ 'ਚ ਦੇਖਾਂਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। Till then, it's goodbye from my side. Thank you very much.